ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਰਾਈਡਰਸ ਟੂ ਦਾ ਸੀ ਬਾਈ ਜੀਐਮ ਸਿੰਚ। ਪਲੇ ਇਨ ਵਨ ਐਕਟ। ਆਮ ਤੌਰ 'ਤੇ ਜਿਹੜੇ ਪਲੇ ਹੁੰਦੇ ਆ ਉਹ ਹੁੰਦੇ ਨੇਗੇ 5 ਐਕਟਸ ਦੇ। ਜੋ ਵੀ ਤੁਸੀਂ ਜੇ ਕਦੇ ਪੜ੍ਹੋ ਪਲੇ ਤਾਂ ਨਾਰਮਲ ਫੁੱਲ ਫਲੈਜਡ ਪਲੇ ਹੁੰਦਾ ਉਹ 5 ਐਕਟਸ ਦਾ ਹੁੰਦਾ ਹੈ। ਤਾਂ ਤੁਸੀਂ ਇਹ ਸੋਚ ਰਹੇ ਹੋਗੇ ਸਿਰਫ ਇਹ ਸਿਰਫ 1 ਐਕਟ ਦਾ ਕਿਉਂ ਹੈ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੀਐਮ ਸਿੰਜ ਸੀ ਜੋ ਉਹ ਆਇਰਿਸ਼ ਲਿਟਰੇਰੀ ਥੀਏਟਰ ਦੇ ਨਾਲ ਐਸੋਸੀਏਟਡ ਸੀ, ਜਿਹੜਾ ਕਿ ਆਪਣਾ ਹਿੱਸਾ ਪਾਉਣਾ ਚਾਹੁੰਦਾ ਸੀਗਾ ਆਇਰਲੈਂਡ ਦੀ ਫਰੀਡਮ ਦੇ ਵਿੱਚ। ਤਾਂ ਆਇਰਲੈਂਡ ਦੀ ਫਰੀਡਮ ਦੇ ਵਿੱਚ ਥੀਏਟਰ ਦੀ ਆਪਾਂ ਗੱਲ ਕਰਦੇ ਹਾਂ ਕਿ ਉਹ ਪਲੇ ਦੇ ਨਾਲ ਆਪਣੀਆਂ ਭਾਵਨਾਵਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸੀ। ਠੀਕ ਹੈ ਜੀ। ਤਾਂ ਸ਼ਾਇਦ ਉਹਨਾਂ ਨੇ ਇਹ ਸਮਝਿਆ ਹੋਣਾ ਕਿ 5 ਐਕਟ ਦੇ ਪਲੇ ਨਾਲੋਂ 1 ਐਕਟ ਦਾ ਪਲੇ ਜ਼ਿਆਦਾ ਵਾਰੀ ਇੱਕ ਦਿਨ ਦੇ ਵਿੱਚ ਦਿਖਾਇਆ ਜਾ ਸਕਦਾ ਹੈ, ਕਿਉਂਕਿ ਓਬਵੀਅਸਲੀ 1 ਐਕਟ ਦਾ ਪਲੇ ਛੋਟਾ ਹੋਊਗਾ ਅਤੇ ਇੱਕ ਦਿਨ 'ਚ ਜ਼ਿਆਦਾ ਵਾਰੀ ਪਰਫੋਰਮ ਕੀਤਾ ਜਾ ਸਕਦਾ ਹੋਊਗਾ। ਇਸ ਤਰ੍ਹਾਂ ਉਹਨਾਂ ਦੇ ਨਾਲ ਜ਼ਿਆਦਾ ਲੋਕ ਜੁੜ ਸਕਦੇ ਨੇ। ਤਾਂ ਉਹਨਾਂ ਨੇ 1 ਐਕਟ ਪਲੇ ਪਰਫੋਰਮ ਕਰਨ ਦੀ ਸੋਚੀ ਹੋਣੀ ਹੈ। ਠੀਕ ਹੈ ਜੀ। ਇਹਦੇ 'ਚ ਥੋੜ੍ਹੀ ਜਿਹੀ ਇਨਫੋਰਮੇਸ਼ਨ ਇਹ ਵੀ ਲਿਖੀ ਹੋਈ ਹੈ। ਫਸਟ ਪਰਫੋਰਮਡ ਐਟ ਦਾ ਮੋਲਸਵਰਥ ਹਾਲ ਡਬਲਿਨ ਫੈਬਰੂਰੀ 25 1904। ਤਾਂ ਇਸ ਦੇ ਵਿੱਚ ਅੱਗੇ ਕਰੈਕਟਰ ਆ ਜਾਂਦੇ ਨੇ ਜੀ, ਕਿਉਂਕਿ ਜਦੋਂ ਆਪਾਂ ਪਲੇ ਪੜ੍ਹਦੇ ਹਾਂ ਜਾਂ ਵੇਖਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਸ ਹੁੰਦੀ ਹੈ ਕਰੈਕਟਰਸ ਦੀ, ਕਿਉਂਕਿ ਲਗਭਗ ਸਾਰਾ ਕੰਮ ਜਿਹੜਾ ਇੱਕ ਡਰਾਮਾ ਦੇ ਵਿੱਚ ਕਰਨਾ ਹੁੰਦਾ ਹੈ ਉਹ ਕਰੈਕਟਰਸ ਨੇ ਹੀ ਕਰਨਾ ਹੁੰਦਾ। ਆਪਾਂ ਕਿਸੇ ਹੋਰ ਚੀਜ਼ ਤੋਂ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਮਿਲਦੀ ਕਹਾਣੀ ਦੀ ਜਿੰਨੀ ਕਿ ਕਰੈਕਟਰਸ ਤੋਂ ਮਿਲਦੀ ਹੈ। ਤਾਂ ਇਹਦੇ ਵਿੱਚ ਪ੍ਰੋਮੀਨੈਂਟਲੀ 4 ਕਰੈਕਟਰ ਨੇ ਜੀ। ਮੌਰੀਆ ਐਨ ਓਲਡ ਵੂਮਨ, ਬਾਰਟਲੀ ਹਰ ਸਨ, ਕੈਥਲੀਨ ਹਰ ਡਾਟਰ, ਨੋਰਾ ਅ ਯੰਗਰ ਡਾਟਰ। ਬਾਕੀ ਇਸ ਦੇ ਨਾਲ ਛੋਟੇ ਮੋਟੇ ਕਰੈਕਟਰ ਹੋਰ ਵੀ ਨੇ। ਤਾਂ ਆਪਾਂ ਮੇਨਲੀ ਇਹ ਕਹਿ ਸਕਦੇ ਹਾਂ ਕਿ ਮੌਰੀਆ ਮਾਂ ਹੈ ਅਤੇ ਉਹਦੇ 3 ਬੱਚੇ ਇਸ ਪਲੇ ਦੇ ਵਿੱਚ ਅਵੇਲੇਬਲ ਨੇ। ਬਾਰਟਲੇ ਮੁੰਡਾ, ਕੈਥਲੀਨ ਵੱਡੀ ਕੁੜੀ ਅਤੇ ਨੋਰਾ ਛੋਟੀ ਕੁੜੀ। ਠੀਕ ਹੈ ਜੀ। ਅੱਗੇ ਹੈ ਜੀ ਪਹਿਲਾ ਸੀਨ। ਜੇ ਤੁਸੀਂ ਧਿਆਨ ਨਾਲ ਵੇਖੋ ਸੀਨ, ਉਸ ਤੋਂ ਮਗਰੋਂ ਨੋਰਾ ਜਿਹੜੀ ਕਿ ਆਪਾਂ ਉੱਪਰ ਵੇਖੀ ਹੈ ਕੁੜੀ ਹੈ ਮੌਰੀਆ ਦੀ, ਅਤੇ ਕੈਥਲੀਨ ਉੱਪਰ ਵੇਖੀ ਹੈ ਉਹ ਵੀ ਇੱਕ ਕੁੜੀ ਹੈ ਮੌਰੀਆ ਦੀ। ਕੈਥਲੀਨ ਵੱਡੇ ਨਾਮ ਵਾਲੀ ਜਿਹੜੀ ਉਹ ਵੱਡੀ ਕੁੜੀ ਹੈ, ਨੋਰਾ ਛੋਟੀ ਕੁੜੀ ਹੈ। ਠੀਕ ਹੈ ਜੀ। ਤਾਂ ਹੁਣ ਜੇ ਤੁਸੀਂ ਥੋੜ੍ਹੀ ਜਿਹੀ ਨਜ਼ਰ ਮਾਰੋ ਤਾਂ ਇਸ ਸੀਨ ਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਇੱਕ ਫਰਕ ਲੱਗਿਆ ਹੋਣਾ ਫੌਂਟਸ ਦਾ। ਜਿਵੇਂ ਸੀਨ ਹੈ ਸਿੱਧੇ ਅੱਖਰ ਅਤੇ ਐਨ ਆਈਲੈਂਡ ਤੋਂ ਲੈ ਕੇ ਡੋਰ ਤੱਕ ਇਹ ਹੈਗੇ ਆ ਇਟੈਲੀਸਾਈਜ਼ਡ ਮਤਲਬ ਟੇਢੇ ਅੱਖਰ। ਤਾਂ ਕੁਛ ਅੱਖਰ ਸਿੱਧੇ ਨੇ, ਕੁਛ ਟੇਢੇ ਨੇ। ਇਹਨਾਂ ਦਾ ਮਤਲਬ ਕੀ ਹੈ? ਤਾਂ ਜੀ ਆਮ ਤੌਰ 'ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸਭ ਤੋਂ ਜ਼ਿਆਦਾ ਜਿਹੜਾ ਡਰਾਮਾ ਜਾਂ ਐਕਸ਼ਨ ਹੁੰਦਾ ਹੈ ਪਲੇ ਦੇ ਵਿੱਚ ਉਹ ਹੁੰਦਾ ਹੈਗਾ ਕਰੈਕਟਰਾਂ ਦੀ ਡਾਇਲੋਗਸ ਦੇ ਨਾਲ। ਜਿਵੇਂ ਨੋਰਾ ਨੇ ਇੱਕ ਡਾਇਲੋਗ ਬੋਲਿਆ ਹੋਇਆ ਵੇਅਰ ਇਜ਼ ਸ਼ੀ, ਅਤੇ ਕੈਥਲੀਨ ਨੇ ਬੋਲਿਆ ਹੋਇਆ ਸ਼ੀ ਇਜ਼ ਲਾਇੰਗ ਡਾਊਨ ਗੋਡ ਹੈਲਪ ਹਰ। ਤਾਂ ਪਰ ਫਿਰ ਵੀ ਕਦੇ ਨਾ ਕਦੇ ਆਪਾਂ ਨੂੰ ਸੈਟਿੰਗ ਵਗੈਰਾ ਜਾਂ ਕੁਛ ਹੋਰ ਚੀਜ਼ਾਂ ਦੀ ਲੋੜ ਹੁੰਦੀ ਹੈ ਜਿਹੜੇ ਕਿ ਕਰੈਕਟਰ ਡਾਇਰੈਕਟਲੀ ਨਹੀਂ ਕਰਦੇ। ਤਾਂ
ਉਹਨਾਂ ਚੀਜ਼ਾਂ ਬਾਰੇ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਇਹ ਇਟੈਲੀਸਾਈਜ਼ਡ ਅੱਖਰਾਂ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸਟੇਜ ਡਾਇਰੈਕਸ਼ਨਸ। ਠੀਕ ਹੈ ਜੀ, ਇਹ ਜਿਹੜੇ ਇਟੈਲੀਸਾਈਜ਼ਡ ਨੇ ਉਹ ਹੈਗੇ ਆ ਸਟੇਜ ਡਾਇਰੈਕਸ਼ਨ, ਜਾਂ ਤੁਸੀਂ ਇਹ ਕਹਿ ਲਓ ਵੀ ਡਰਾਮੇ ਦੇ ਵਿੱਚ ਡਾਇਲੌਗਸ ਤੋਂ ਬਿਨਾਂ ਬਾਕੀ ਜਿਹੜੇ ਵੀ ਅੱਖਰ ਹੁੰਦੇ ਨੇ ਉਹ ਲਗਭਗ ਸਾਰੇ ਹੀ ਸਟੇਜ ਡਾਇਰੈਕਸ਼ਨਸ ਹੁੰਦੇ ਨੇ। ਠੀਕ ਹੈ ਜੀ, ਸਟੇਜ ਡਾਇਰੈਕਸ਼ਨ ਦਾ ਮਤਲਬ ਇਨਫੋਰਮੇਸ਼ਨ ਆਪਣੇ ਸੀਨ ਬਾਰੇ ਜਾਂ ਕਿਸੇ ਕਰੈਕਟਰ ਬਾਰੇ ਜਿਹੜੀ ਕਿ ਕਿਸੇ ਡਾਇਲੌਗ ਦੇ ਵਿੱਚ ਨਹੀਂ ਹੈਗੀ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ। ਸੀਨ ਐਨ ਆਈਲੈਂਡ ਆਫ ਦਾ ਵੈਸਟ ਆਫ ਆਇਰਲੈਂਡ। ਆਇਰਲੈਂਡ ਤੁਸੀਂ ਸਾਰੇ ਸਮਝਦੇ ਹੋਵੋਗੇ ਟਾਪੂ। ਤਾਂ ਆਇਰਲੈਂਡ ਦੇ ਪੱਛਮ ਦੇ ਵਿੱਚ ਇੱਕ ਟਾਪੂ ਹੈ ਜੀ, ਜਗ੍ਹਾ ਜਿਹੜੀ। ਕਾਟੇਜ ਕਿਚਨ ਵਿਦ ਨੈਟਸ, oil skins, spinning wheel, some new boards standing by the wall। ਹੁਣ ਇਸ ਦੇ ਵਿੱਚੋਂ oil skin ਦਾ ਮਤਲਬ ਹੁੰਦਾ ਜੀ ਕਾਟਨ ਦੇ ਕੱਪੜੇ ਨੂੰ oil ਦੇ ਨਾਲ ਇੱਕ ਤਰ੍ਹਾਂ ਵਾਟਰਪ੍ਰੂਫ ਬਣਾ ਲੈਣਾ, ਕਿਉਂਕਿ ਤੁਸੀਂ ਜੇ ਹਜੇ ਤੱਕ ਸਮਝੇ ਹੋਵੋਗੇ ਇਹ ਇੱਕ ਆਈਲੈਂਡ ਦੇ ਕੋਲੇ ਦੀ ਕਹਾਣੀ ਹੈ ਅਤੇ ਟਾਈਮ ਹੈਗਾ 1900 ਦੇ ਨੇੜੇ ਤੇੜੇ। ਜਾਣੀ ਕਿ ਉਦੋਂ ਆਪਣੇ ਕੋਲ ਇਸ ਤਰ੍ਹਾਂ ਦੇ ਨਾ ਤਾਂ ਮਾਡਰਨ ਕੱਪੜੇ ਹੋਣੇ ਆ ਵਾਟਰਪ੍ਰੂਫ, ਨਾ ਹੀ ਮਾਡਰਨ ਤਰੀਕੇ ਦੇ ਆਵਾਜਾਈ ਦੇ ਸਾਧਨ ਹੋਣੇ ਆ ਸਮੁੰਦਰ ਦੇ ਵਿੱਚ। ਸਮੁੰਦਰ ਕਿਉਂ? ਕਿਉਂਕਿ ਇਹ ਆਈਲੈਂਡ ਹੈ ਤਾਂ ਓਬਵੀਅਸਲੀ ਇਹਨਾਂ ਦਾ ਲੈਣ ਦੇਣ ਜੋ ਵੀ ਹੈ ਉਹ ਸੀ ਨਾਲ ਸੰਬੰਧਿਤ ਹੋਊਗਾ ਹੀ ਹੋਊਗਾ। ਠੀਕ ਹੈ ਜੀ, ਤਾਂ oil skin ਦਾ ਤੁਸੀਂ ਮਤਲਬ ਕੱਢ ਸਕਦੇ ਹੋ ਇੱਕ ਤਰ੍ਹਾਂ ਦਾ ਵਾਟਰਪ੍ਰੂਫ ਕੱਪੜਾ ਜਿਹੜਾ ਕਿ ਲਗਭਗ 125 ਸਾਲ ਪਹਿਲਾਂ ਅਵੇਲੇਬਲ ਹੋ ਸਕਦਾ ਸੀ। ਠੀਕ ਹੈ ਜੀ, oil skin ਤੋਂ ਬਾਅਦ ਹੈਗਾ ਜੀ ਸਪਿਨਿੰਗ ਵੀਲ। ਇਸ ਦਾ ਮਤਲਬ ਹੋ ਗਿਆ ਚਰਖਾ। ਠੀਕ ਹੈ ਜੀ, ਜੇ ਆਪਾਂ ਇਹਦੀ ਪੰਜਾਬੀ ਕਰੀਏ ਤਾਂ ਇੱਕ ਕਿਚਨ ਹੈ, ਕਾਟੇਜ ਝੋਪੜੀ ਵਾਲਾ ਕਿਚਨ, ਜਿਸਦੇ ਵਿੱਚ ਕੁਝ ਜਾਲ ਪਏ ਨੇ। ਜਾਲ ਦਾ ਮਤਲਬ ਹੋ ਗਿਆ ਉਦੋਂ ਮੱਛੀ ਫੜਦੇ ਹੋਣੇ ਆ। ਵਾਟਰਪ੍ਰੂਫ ਕੱਪੜੇ ਪਏ ਨੇ oil skin ਪੁਰਾਣੇ ਤਰ੍ਹਾਂ ਦੇ। ਇੱਕ ਚਰਖਾ ਹੈ ਅਤੇ ਕੁਛ ਕੁ ਬੋਰਡ ਪਏ ਨੇ ਬਿਲਕੁਲ ਨਵੇਂ। ਹੁਣ ਇਹ ਬੋਰਡ ਕਿਸ ਲਈ ਹੈ ਇਹ ਆਪਾਂ ਨੂੰ ਹਾਲੇ ਤੱਕ ਸਮਝ ਨਹੀਂ ਆਇਆ, ਬਾਕੀ ਸਾਰੀਆਂ ਚੀਜ਼ਾਂ ਆਪਾਂ ਸਮਝ ਸਕਦੇ ਹਾਂ। ਕੈਥਲੀਨ, ਗਰਲ ਆਫ ਅਬਾਊਟ 20, finishes kneading cake and puts it down in the pot oven by the fire। ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਕੈਥਲੀਨ ਲਗਭਗ 20 ਸਾਲ ਦੀ ਹੈ ਅਤੇ ਉਸਨੇ ਕੇਕ ਨੂੰ ਨੀਡ ਕਰਤਾ। ਨੀਡ ਮਤਲਬ ਗੁੰਨਣਾ ਜਾਂ ਮਿਕਸ ਕਰਨਾ ਹੁੰਦਾ ਅਤੇ ਉਸ ਨੂੰ ਪੋਟ ਓਵਨ ਦੇ ਵਿੱਚ ਪਾ ਦਿੱਤਾ ਅੱਗ ਦੇ ਨਾਲ। ਪੋਟ ਮਤਲਬ ਕੋਈ ਛੋਟਾ ਜਿਹਾ ਮਟਕਾ ਅਤੇ ਓਵਨ ਦਾ ਮਤਲਬ ਹੋ ਗਿਆ ਚੁੱਲ੍ਹਾ। ਤਾਂ ਪੋਟ ਓਵਨ ਨੂੰ ਆਪਾਂ ਲਿਟਰਲੀ ਤੰਦੂਰ ਵੀ ਕਹਿ ਸਕਦੇ ਹਾਂ। ਠੀਕ ਹੈ ਜੀ, ਦੈਨ ਵਾਈਪਸ ਹਰ ਹੈਂਡ। ਵਾਈਪਸ ਮਤਲਬ ਪੂੰਝਣਾ, ਆਪਣੇ ਹੱਥ ਪੂੰਝਦੀ ਹੈ ਉਹ। ਵਿਗਿਨਸ ਟੂ ਸਪਿਨ ਐਟ ਦਾ ਵੀਲ, ਅਤੇ ਚਰਖਾ ਕੱਤਣ ਲੱਗਦੀ ਹੈ। ਨੋਰਾ, ਅ ਯੰਗ ਗਰਲ, ਪੁੱਟਸ ਹਰ ਹੈਡ ਇਨ ਐਟ ਦਾ ਡੋਰ। ਨੋਰਾ ਜਿਹੜੀ ਕਿ ਛੋਟੀ ਕੁੜੀ ਹੈ ਦਰਵਾਜ਼ੇ ਵਿੱਚੋਂ ਦੀ ਆਪਣਾ ਸਿਰ ਘਸਾਉਂਦੀ ਹੈ, ਅੰਦਰ ਕਰਦੀ ਹੈ। ਨੋਰਾ ਇਨ ਲੋ ਵੋਇਸ, ਇਹ ਨੋਟ ਕਰਨ ਵਾਲੀ ਚੀਜ਼ ਹੈ ਜੀ। ਲੋ ਵੋਇਸ, ਲੋ ਮਤਲਬ ਨੀਵੀਂ ਆਵਾਜ਼। ਨੋਟ ਇਸ ਕਰਕੇ ਕਰਨੀ ਹੈ ਕਿ ਉਹ ਛੁਪਾ ਕਿਸ ਤੋਂ ਰਹੇ ਨੇ। ਵੇਅਰ ਇਜ਼ ਸ਼ੀ, ਉਹ ਕਿੱਥੇ ਆ। ਜਾਣੀ ਕਿ ਇਹਨਾਂ ਦੋਨਾਂ ਤੋਂ ਬਿਨਾਂ
ਕੋਈ ਹੋਰ ਪਰਸਨ ਬਾਰੇ ਉਹ ਗੱਲ ਕਰ ਰਹੇ ਆ। ਜੇ ਤੁਸੀਂ ਹਜੇ ਤੱਕ ਸਮਝੇ ਹੋਵੋ ਤਾਂ ਇਹਨਾਂ ਦੋਨਾਂ ਤੋਂ ਬਿਨਾਂ ਤੀਜੀ ਫੀਮੇਲ ਜਿਹੜੀ ਪ੍ਰੋਮੀਨੈਂਟ ਹੈ ਉਹ ਸਿਰਫ ਹੈਗੀ ਆ, ਉਹ ਹੈਗੀ ਹੈ ਮੌਰੀਆ। ਮੌਰੀਆ ਕੌਣ ਸੀ? ਇਹਨਾਂ ਦੀ ਮਾਤਾ। ਸ਼ਾਇਦ ਉਹ ਉਸਦੀ ਮਾਤਾ ਬਾਰੇ ਗੱਲ ਕਰ ਰਹੇ ਆ। ਵੇਅਰ ਇਜ਼ ਸ਼ੀ? ਤਾਂ ਕੈਥਲੀਨ ਕਹਿੰਦੀ ਸ਼ੀ ਇਜ਼ ਲਾਇੰਗ ਡਾਊਨ, ਗੋਡ ਹੈਲਪ ਹਰ, ਮੇ ਬੀ ਸਲੀਪਿੰਗ ਇਫ ਸ਼ੀ ਇਜ਼ ਏਬਲ। ਇਹ ਵੀ ਨੋਟ ਕਰਨ ਵਾਲੀ ਗੱਲ ਹੈ, ਮੇ ਬੀ ਸਲੀਪਿੰਗ ਇਫ ਸ਼ੀ ਇਜ਼ ਏਬਲ। ਸ਼ਾਇਦ ਉਹ ਸੁੱਤੀ ਹੋਵੇ ਜੇ ਉਹ ਸੌਂ ਸਕਦੀ ਹੈ ਤਾਂ ਤੁਸੀਂ ਅੰਦਾਜ਼ਾ ਜਿਹਾ ਲਗਾ ਸਕਦੇ ਹੋ ਕਿ ਉਹ ਜਿਹੜੀ ਉਹਨਾਂ ਦੀ ਮਾਤਾ ਹੈ ਉਹ ਸੌਂ ਨਹੀਂ ਸਕਦੀ, ਯਾਨੀ ਕਿ ਉਹ ਕਿਸੇ ਤਰ੍ਹਾਂ ਦੀ ਚਿੰਤਾ ਦੇ ਵਿੱਚ ਹੈ, ਟੈਨਸ਼ਨ ਦੇ ਵਿੱਚ ਹੈ, ਐਂਗਜ਼ਾਇਟੀ ਦੇ ਵਿੱਚ ਹੈ। ਜਾਂ ਤਾਂ ਇਹ ਕਹਿ ਸਕਦੇ ਹੋ, ਜੇ ਤੁਸੀਂ ਜ਼ਿਆਦਾ ਸੋਚੋ ਉਸ ਦੇ ਬਾਰੇ ਵੀ, ਜਿਹੜਾ ਬੰਦਾ ਸੌਂ ਨਹੀਂ ਸਕਦਾ ਤੁਸੀਂ ਉਹਨੂੰ ਥੋੜ੍ਹਾ ਜਿਹਾ ਪਾਗਲ ਵੀ ਕਹਿ ਸਕਦੇ ਹੋ। ਤਾਂ ਤੁਸੀਂ ਉਹਨਾਂ ਚਿਰ ਗੈਸ ਲਾਓ ਜਿੰਨਾ ਚਿਰ ਆਪਾਂ ਉਸਦੀ ਮਾਂ ਤੱਕ ਪਹੁੰਚਦੇ ਹਾਂ। Nora comes in softly and takes a bundle from under her shawl. ਆਰਾਮ ਦੇ ਨਾਲ ਨੌਰਾ ਅੰਦਰ ਆਉਂਦੀ ਹੈ ਅਤੇ ਆਪਣੇ ਸ਼ਾਲ ਦੇ ਵਿੱਚੋਂ ਇੱਕ ਬੰਡਲ ਕੱਢਦੀ ਹੈ, ਇੱਕ ਗੰਢੜੀ ਕੱਢਦੀ ਆ। ਆਰਾਮ ਦੇ ਨਾਲ ਉਹ ਤਾਂ ਹੀ ਆਉਂਦੀ ਹੈ ਕਿਉਂਕਿ ਉਹਨੂੰ ਲੱਗਦਾ ਹੈ ਵੀ ਉਹਦੀ ਮਾਤਾ ਡਿਸਟਰਬ ਨਾ ਹੋ ਜਾਏ, ਜਾਂ ਉਸ ਤੋਂ ਇਹ ਵੀ ਸੋਚਿਆ ਜਾ ਸਕਦਾ ਹੈ ਕਿ ਉਹ ਜਿਹੜਾ ਬੰਡਲ ਹੈ ਉਹ ਆਪਣੀ ਮਾਤਾ ਨੂੰ ਵਿਖਾਉਣਾ ਨਹੀਂ ਚਾਹੁੰਦੀ। ਕੈਥਲੀਨ ਸਪਿਨਿੰਗ ਦਾ ਵੀਲ ਰੈਪਿਡਲੀ। ਰੈਪਿਡਲੀ ਦਾ ਮਤਲਬ ਹੋ ਗਿਆ ਤੇਜ਼। ਤਾਂ ਕੈਥਲੀਨ ਨੇ ਜਿਹੜਾ ਚਰਖਾ ਉਹ ਤੇਜ਼ ਕਰਤਾ। ਹੁਣ ਉਹਦਾ ਚਰਖਾ ਤੇਜ਼ ਕਿਉਂ ਹੋਇਆ? ਇਹ ਤਾਂ ਹੈ ਨਹੀਂ ਕਿ ਉਹਦੇ ਮਨ ਦੇ ਵਿੱਚ ਕੋਈ ਐਨਰਜੀ ਆ ਗਈ ਆਪਦੀ ਭੈਣ ਦੀ ਡਰਾਉਣੀ ਜਿਹੀ ਆਵਾਜ਼ ਸੁਣ ਕੇ। ਤਾਂ ਇੱਥੇ ਇਹ ਤੇਜ਼ ਕਰਨ ਦਾ ਮਤਲਬ ਸਿਰਫ ਹੈਗਾ ਉਹਦੇ ਮਨ ਦੇ ਵਿੱਚ ਇੱਕ ਚਿੰਤਾ ਹੋ ਗਈ। ਕੀ ਕਹਿੰਦੀ ਆ ਉਹ? ਵਟ ਇਜ਼ ਇਟ ਯੂ ਹੈਵ? ਤੇਰੇ ਕੋਲੇ ਇਹ ਕੀ ਆ? ਤਾਂ ਨੌਰਾ ਕਹਿੰਦੀ ਹੈ ਦ ਯੰਗ ਪ੍ਰੀਸਟ ਇਜ਼ ਆਫਟਰ ਬ੍ਰਿੰਗਿੰਗ ਦੈਮ। ਪ੍ਰੀਸਟ ਮਤਲਬ ਪੁਜਾਰੀ। ਤਾਂ ਇੱਕ ਛੋਟੇ ਪੁਜਾਰੀ ਨੇ ਇਹ ਲਿਆਂਦਾ। ਇਟ ਇਜ਼ ਅ ਸ਼ਰਟ ਐਂਡ ਅ ਪਲੇਨ ਸਟੋਕਿੰਗ ਵਰ ਗੋਟ ਆਫ ਅ ਡਰਾਊਂਡ ਮੈਨ ਇਨ ਡੋਨੇਗਲ। ਡੋਨੇਗਲ ਇੱਕ ਆਇਰਲੈਂਡ ਦਾ ਸ਼ਹਿਰ ਹੈ। ਸਟੋਕਿੰਗ ਦਾ ਮਤਲਬ ਹੁੰਦਾ ਹੈ ਆਪਣੇ ਅੰਦਰਲੇ ਕੱਪੜੇ, ਖਾਸ ਕਰਕੇ ਲੱਤਾਂ ਵਾਲੇ ਕੱਪੜੇ। ਡਰਾਉਣ ਮਤਲਬ ਰੁੜ ਜਾਣਾ। ਤਾਂ ਇਹ ਕੱਪੜਾ, ਇੱਕ ਸ਼ਰਟ ਅਤੇ ਇੱਕ ਲੱਤਾਂ ਵਾਲਾ ਕੱਪੜਾ ਜਿਹੜਾ ਕਿ ਪ੍ਰੀਸਟ ਨੇ ਦਿੱਤਾ ਹੈ, ਉਹ ਉਸ ਬੰਦੇ ਤੋਂ ਆਇਆ ਹੈ ਜਿਹੜਾ ਬੰਦਾ ਡੋਨੇਗਲ ਦੇ ਵਿੱਚ ਡੁੱਬ ਗਿਆ ਸੀ। ਠੀਕ ਹੈ ਜੀ। ਹੁਣ ਇਹ ਕੱਪੜਾ ਪ੍ਰੀਸਟ ਨੇ ਨੌਰਾ ਨੂੰ ਕਿਉਂ ਦਿੱਤਾ? ਇਹ ਸਵਾਲ ਤੁਹਾਡੇ ਮਨ ਦੇ ਵਿੱਚ ਹੋਣਾ ਚਾਹੀਦਾ। ਉਹਨੇ ਕਿਸੇ ਨੂੰ ਹੋਰ ਨੂੰ ਕਿਉਂ ਨਹੀਂ ਦਿੱਤਾ? ਕਿਉਂਕਿ ਜੇ ਕੋਈ ਬਾਤ ਘਾਟ ਹੁੰਦੀ ਹੈ, ਕੋਈ ਗਲਤ ਗੱਲ ਹੁੰਦੀ ਹੈ, ਤਾਂ ਉਹ ਇੱਕ ਛੋਟੀ ਕੁੜੀ ਨੂੰ, ਕਿਉਂਕਿ ਨੌਰਾ ਉਹਨਾਂ ਦੀ ਛੋਟੀ ਕੁੜੀ ਹੈ, ਤਾਂ ਉਹਨੂੰ ਦੇਣ ਦਾ ਕੀ ਮਤਲਬ ਹੈ? ਤਾਂ ਮਨ 'ਚ ਇਹ ਸਵਾਲ ਬਣਾ ਕੇ ਰੱਖੋ। ਤਾਂ ਇਹ ਗੱਲ ਨੂੰ ਸੁਣ ਕੇ ਕੈਥਲੀਨ ਸਟਾਪਸ ਹਰ ਵੀਲ ਵਿਦ ਅ ਸਡਨ ਮੂਵਮੈਂਟ ਐਂਡ ਲੀਨਸ ਆਊਟ ਟੂ ਲਿਸਨ। ਤਾਂ ਇਹ ਗੱਲ ਨੂੰ ਸੁਣ ਕੇ ਕੈਥਲੀਨ ਨੇ ਆਪਣਾ ਚਰਖਾ ਬੰਦ ਕਰਤਾ ਅਤੇ ਲੀਨਸ ਆਊਟ ਮਤਲਬ ਕੋਲੇ ਆਉਣਾ, ਸੁਣਨ ਵਾਸਤੇ ਕੋਲੇ ਆ ਗਈ। ਨੌਰਾ, we are to find out if it is Michael's they are. Sometime herself will be down looking by the sea. ਕਹਿੰਦਾ ਆਪਾਂ ਨੂੰ ਇਹ ਪਤਾ ਕਰਨਾ ਪੈਣਾ ਕਿ ਕੀ ਇਹ ਮਾਈਕਲ ਦੇ ਨੇ। ਹੁਣ ਮਾਈਕਲ ਕੌਣ ਹੈ? ਇਹ ਤੁਸੀਂ ਹੌਲੀ ਹੌਲੀ ਕਹਾਣੀ ਦੇ ਵਿੱਚੋਂ ਸਮਝੋਗੇ। ਅਤੇ ਉਹ ਥੋੜ੍ਹੇ ਟਾਈਮ ਬਾਅਦ ਜਿਹੜੀ ਉਹਨਾਂ ਦੀ ਮਾਤਾ ਹੈ ਉਹ ਸਮੁੰਦਰ ਦੇ ਵਿੱਚ
ਸਮੁੰਦਰ ਵੱਲ ਨੂੰ ਉਸ ਨੂੰ ਵੇਖਣ ਜਾਊਗੀ, ਮਾਈਕਲ ਨੂੰ ਵੇਖਣ ਨੂੰ ਜਾਊਗੀ। ਤਾਂ ਅੰਦਾਜ਼ਾ ਜਿਹਾ ਲਗਾ ਸਕਦੇ ਹਾਂ ਆਪਾਂ ਕਿ ਮਾਈਕਲ ਸ਼ਾਇਦ ਉਹਨਾਂ ਦਾ ਭਾਈ ਹੋਣਾ, ਨੋਰਾ ਅਤੇ ਕੈਥਲੀਨ ਦਾ ਭਾਈ ਜਾਂ ਮੌਰੀਆ ਦਾ ਬੇਟਾ। ਕੈਥਲੀਨ ਹਾਊ ਵੁੱਡ ਦੇ ਬੀ ਮਾਈਕਲਸ ਨੋਰਾ, ਕਹਿੰਦੇ ਮਾਈਕਲ ਦੇ ਕਿਵੇਂ ਹੋ ਸਕਦੇ ਆ। ਹਾਊ ਵੁੱਡ ਹੀ ਗੋ ਦ ਲੈਂਥ ਆਫ ਦੈਟ ਵੇ ਟੂ ਦ ਫਾਰ ਨਾਰਥ। ਤਾਂ ਕੈਥਲੀਨ ਪੁੱਛਦੀ ਹੈ ਵੀ ਇੰਨੀ ਦੂਰ ਉੱਤਰ ਦੇ ਵਿੱਚ ਮਾਈਕਲ ਕਿਵੇਂ ਜਾ ਸਕਦਾ ਜਾਂ ਰੁੜ ਸਕਦਾ ਹੈ ਉੱਥੋਂ ਤੱਕ, ਕਿਉਂਕਿ ਸ਼ਾਇਦ ਉਹ ਕਿਤੇ ਹੋਰ ਪਾਸੇ ਗਿਆ ਹੋਣਾ ਮਾਈਕਲ। The young priest says he's known the like of it. ਨੋਰਾ ਕਹਿੰਦੀ ਹੈ ਕਿ ਛੋਟੇ ਪੁਜਾਰੀ ਨੇ ਦੱਸਿਆ ਕਿ ਉਸਨੇ ਇਸ ਤਰ੍ਹਾਂ ਹੁੰਦਾ ਵੇਖਿਆ। If it's Michael's they are, says he, you can tell herself he's got a clean burial by the grace of God, and if they are not his, let no one say a word about them, for she will be getting her death, says he with crying and lamenting। ਠੀਕ ਹੈ ਜੀ, ਇਹਦੇ 'ਚੋਂ ਕੁਛ ਔਖੇ ਜਿਹੜੇ ਅੱਖਰ ਨੇ। ਬਰੀਅਲ ਹੁੰਦਾ ਜੀ ਦੱਬਣਾ, ਅੱਗੇ ਹੈ ਕਰਾਈ ਰੋਣਾ ਹੋ ਗਿਆ, ਲੇਮੈਂਟਿੰਗ ਹੋ ਗਿਆ ਦੁੱਖ ਪ੍ਰਗਟ ਕਰਨਾ। ਤਾਂ ਪ੍ਰੀਸਟ ਨੋਰਾ ਨੂੰ ਕਹਿ ਰਿਹਾ ਸੀ ਕਿ ਜੇ ਮਾਈਕਲ ਦੇ ਆ ਤਾਂ ਰੱਬ ਦੀ ਦਇਆ ਦੇ ਨਾਲ ਉਹਨੂੰ ਇੱਕ ਸਾਫ਼ ਚੰਗਾ ਬਰੀਅਲ ਮਿਲਿਆ, ਯਾਨੀ ਕਿ ਉਹ ਚੰਗੀ ਤਰ੍ਹਾਂ ਦੱਬਿਆ ਗਿਆ, ਸਮੁੰਦਰ ਦੇ ਵਿੱਚ ਦੱਬਿਆ ਗਿਆ ਕਹਿ ਲਓ। ਜੇ ਉਹ ਉਹਦੇ ਨਹੀਂ ਆ ਤਾਂ ਉਹਨਾਂ ਦੀ ਮਾਤਾ ਸਾਰੀ ਜ਼ਿੰਦਗੀ ਮੌਤ ਤੱਕ ਕਹਿ ਲਓ ਰੋਈ ਜਾਊਗੀ ਅਤੇ ਦੁੱਖ ਪ੍ਰਗਟ ਕਰੀ ਜਾਊਗੀ। The door which Nora half closed is blown open by the gust of wind। ਗਸਟ ਮਤਲਬ ਬੁੱਲਾ, ਹਵਾ ਦੇ ਬੁੱਲੇ ਨਾਲ ਉਹ ਦਰਵਾਜ਼ਾ ਖੁੱਲ੍ਹ ਗਿਆ ਜਿਹੜਾ ਕਿ ਨੋਰਾ ਨੇ ਅੱਧਾ ਛੱਡਿਆ ਸੀ। ਤਾਂ ਤੁਸੀਂ ਅੰਦਾਜ਼ਾ ਇਹ ਲਗਾ ਸਕਦੇ ਹੋ ਕਿ ਦਰਵਾਜ਼ਾ ਖੜਕਿਆ ਤਾਂ ਸ਼ਾਇਦ ਉਹਨਾਂ ਦੀ ਮਾਤਾ ਵੀ ਉੱਠ ਜਾਵੇ। ਕੈਥਲੀਨ ਲੁਕਿੰਗ ਆਊਟ ਐਂਸ਼ੀਅਸਲੀ ਹੁੰਦਾ ਜੀ ਚਿੰਤਾ ਦੇ ਨਾਲ। Did you ask him would he stop Bartley going this far with the horses to the Galway fair? ਤਾਂ ਕੈਥਲੀਨ ਨੋਰਾ ਤੋਂ ਪੁੱਛਦੀ ਹੈ ਕਿ ਕੀ ਨੋਰਾ ਨੇ ਛੋਟੇ ਪੁਜਾਰੀ ਨੂੰ ਇਹ ਪੁੱਛਿਆ ਕਿ ਛੋਟਾ ਪੁਜਾਰੀ ਬਾਟਲੇ ਨੂੰ ਗਾਲਵੇ ਮੇਲੇ 'ਤੇ ਜਾਣ ਤੋਂ ਰੋਕੇਗਾ। ਮਤਲਬ ਮਾਈਕਲ ਦੀ ਗੱਲ ਦਾ ਡਰ ਹੁੰਦੇ ਹੋਏ ਕੀ ਛੋਟਾ ਪੁਜਾਰੀ ਕੈਥਲੀਨ ਅਤੇ ਨੋਰਾ ਦੇ ਛੋਟੇ ਭਾਈ ਬਾਟਲੇ ਨੂੰ ਮੇਲੇ ਦੇ ਵਿੱਚ ਜਾਣ ਤੋਂ ਰੋਕੇਗਾ। ਨੋਰਾ ਕਹਿੰਦੀ ਆ I won't stop him, says he, but let you not be afraid. Herself does be saying prayers half through the night, and the Almighty God won't leave her destitute with no son living। ਤਾਂ ਛੋਟੇ ਪ੍ਰੀਸਟ ਨੇ ਨੋਰਾ ਨੂੰ ਕਿਹਾ ਹੋਣਾ ਕਿ ਛੋਟਾ ਪੁਜਾਰੀ ਹੈ ਜਿਹੜਾ ਉਹ ਬਾਟਲੇ ਨੂੰ ਨਹੀਂ ਰੋਕੇਗਾ ਅਤੇ ਉਹਨਾਂ ਨੂੰ ਡਰਨ ਦੀ ਗੱਲ ਨਹੀਂ, ਕਿਉਂਕਿ ਉਹਦੀ ਜਿਹੜੀ ਮਾਤਾ ਹੈ ਉਹ
ਅੱਧੀ ਰਾਤ ਤੱਕ ਪ੍ਰਾਰਥਨਾਵਾਂ ਕਰਦੀ ਰਹਿੰਦੀ ਹੈ ਅਤੇ ਰੱਬ ਉਹਨੂੰ ਡੈਸਟੀਟਿਊਡ ਦੇ ਵਿੱਚ ਨਹੀਂ ਰੱਖੇਗਾ। ਡੈਸਟੀਟਿਊਡ ਦਾ ਮਤਲਬ ਹੁੰਦਾ ਹੈ ਇਕਲਾਪਾ ਜਾਂ ਇਕਾਂਤ ਵਿੱਚ ਨਹੀਂ ਰੱਖੇਗਾ। ਵਿਦ ਨੋ ਸਨ ਲਿਵਿੰਗ। ਨੋ ਸਨ ਲਿਵਿੰਗ ਮਤਲਬ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਦੇ ਇਹ ਦੋਨੇ ਮੁੰਡੇ ਮਰਨ, ਜਾਂ ਜੇ ਇਸ ਤੋਂ ਜ਼ਿਆਦਾ ਵੀ ਹੋਏ ਤਾਂ ਉਹ ਵੀ ਮਰਨ ਦੀ ਕੋਈ ਗੱਲ ਸ਼ਾਇਦ ਨਹੀਂ ਹੈ। ਜਾਂ ਫਿਰ ਆਪਾਂ ਨੂੰ ਇਹ ਲੱਗ ਸਕਦਾ ਕਿ ਜਿਹੜਾ ਪ੍ਰੀਸਟ ਆ ਉਹ ਸਿਰਫ ਦਿਲਾਸਾ ਹੀ ਦੇ ਰਿਹਾ। ਕੈਥਲੀਨ, is the sea bad by the white rocks? ਨੋਰਾ, ਕੀ ਸਮੁੰਦਰ ਹੈ ਜਿਹੜਾ ਉਹ ਚਿੱਟੀਆਂ ਚੱਟਾਨਾਂ ਕੋਲੇ ਬੁਰਾ ਜਾਂ ਖਤਰਨਾਕ ਹੈ? ਨੋਰਾ, ਮਿਡਲਿੰਗ ਬੈਡ, ਗੋਡ ਹੈਲਪ ਅਸ। ਅੱਧ ਵਿਚਾਲਾ ਜਾ ਕਹਿੰਦੀ ਰੱਬ ਸਾਡੀ ਮਦਦ ਕਰੇ। ਦੇਰ ਇਜ਼ ਅ ਗ੍ਰੇਟ ਰੋਰਿੰਗ ਇਨ ਦਾ ਵੈਸਟ। ਰੋਰ ਮਤਲਬ ਦਹਾੜ। ਇਟ ਇਜ਼ ਵਰਸ ਵਿਲ ਬੀ getting when the tides turn to the wind। ਟਾਈਡ ਹੁੰਦਾ ਹੈ ਉਛਾਲ ਜਾਂ ਉਫਾਨ ਸਮੁੰਦਰ ਦੇ ਵਿੱਚ ਆਉਂਦਾ ਜਿਹੜਾ। ਤਾਂ ਕਹਿੰਦਾ ਰੋਰ ਦਹਾੜ ਹੋ ਗਈ, ਟਾਈਡ ਹੋ ਗਿਆ ਉਛਾਲ। ਤਾਂ ਇਹ ਪੱਛਮ ਦੇ ਵਿੱਚ ਦਹਾੜ ਰਿਹਾ ਅਤੇ ਇਹ ਹਵਾ ਦੇ ਨਾਲ ਬਦਲ ਕੇ ਬੁਰਾ ਹੋਣ ਲੱਗ ਰਿਹਾ ਹੈ। ਸ਼ੀ ਗੋਜ਼ ਓਵਰ ਟੂ ਦ ਟੇਬਲ ਵਿਦ ਦਾ ਬੰਡਲ। ਉਹ ਟੇਬਲ ਕੋਲੇ ਜਾ ਕੇ ਕਹਿੰਦੀ ਹੈ ਸ਼ੈਲ ਆਈ ਓਪਨ ਇਟ ਨਾਓ, ਕਿ ਮੈਂ ਇਹ ਖੋਲ੍ਹ ਸਕਦੀ ਹਾਂ।